ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 30 ਤਰੀਕ ਆ, ਦਿਨ ਵੀਰਵਾਰ ਹੈ ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਅਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ USA ਦੇ ਵਿੱਚ ਕੇਤਨ ਜੀ ਬਰਾਊਨ ਜੈਕਸਨ ਉਹਨਾਂ ਨੂੰ US ਦੀ ਸੁਪਰੀਮ ਕੋਰਟ ਦੇ ਵਿੱਚ ਐਜ਼ ਏ US ਦੇ ਸੁਪਰੀਮ ਕੋਰਟ ਜਸਟਿਸ ਦੀ ਸਹੁੰ ਚੁਕਾ ਦਿੱਤੀ ਗਈ ਹੈਗੀ ਆ। ਇਹ ਪਹਿਲੇ ਕਾਲੇ ਮੂੰਹ ਦੀ ਲੇਡੀ ਹੋਊਗੀ ਜੋ US ਦੇ ਸੁਪਰੀਮ ਕੋਰਟ ਦੇ ਵਿੱਚ ਹੋਣਗੇ। ਜੈਕਸਨ 51 ਸਾਲਾਂ ਦੇ ਆ, 116ਵੇਂ ਮੈਂਬਰ ਹੋਣਗੇ ਜਸਟਿਸ ਸੁਪਰੀਮ ਕੋਰਟ ਦੇ ਜੱਜਾਂ ਦੇ ਵਿੱਚ ਜੇ ਗਿਣਿਆ ਜਾਵੇ। ਸਿਕਿਉਰਿਟੀ ਅੱਜ ਬਹੁਤ ਟਾਈਟ ਸੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਡਿਸੀਜਨ ਵੀ ਉੱਦਾਂ ਦੇ ਦਿੱਤੇ ਤੇ ਇੱਕ ਜਗ੍ਹਾ ਕੈਲੀਫੋਰਨੀਆ ਦੇ ਇੱਕ ਬੰਦੇ ਨੇ ਸੁਪਰੀਮ ਕੋਰਟ ਦੇ ਜਸਟਿਸ ਨੂੰ ਮਾਰਨ ਦੀ ਵੀ ਪਲਾਨ ਬਣਾਈ ਸੀ। ਸੋ ਇਹਦੇ ਸੰਬੰਧ ਦੇ ਵਿੱਚ ਕੇਤਨ ਜੀ ਬਰਾਊਨ ਜੱਜ ਉਹਨਾਂ ਨੇ ਇਹ ਕਿਹਾ ਹੈ ਵੀ ਮੈਂ ਆਪਣੇ ਦਿਲ ਤੋਂ ਪੂਰੀ ਰਿਸਪੌਂਸਿਬਿਲਿਟੀ ਲਵਾਂਗੀ ਤਾਂ ਕਿ ਮੈਂ ਸਪੋਰਟ ਤੇ ਡਿਫੈਂਡ ਕਰ ਸਕਾਂ USA ਦਾ ਜੋ ਕੌਨਸਟੀਟਿਊਸ਼ਨ ਹੈਗਾ, ਬਿਨਾਂ ਕਿਸੇ ਡਰ ਤੋਂ ਤੇ ਬਿਨਾਂ ਕਿਸੇ ਫੇਵਰ ਤੋਂ। ਇਹ ਉਹਨਾਂ ਨੇ ਕਿਹਾ। ਪਿਛਲੇ ਅਪ੍ਰੈਲ ਮਹੀਨੇ ਦੇ ਵਿੱਚ ਜੱਜ ਬਰਾਊਨ ਉਹਨਾਂ ਦੀ ਕਨਫਰਮੇਸ਼ਨ ਹੋਈ ਸੀ। 53 ਜਾਣੇ US ਦੀ ਸੈਨੇਟ ਵਿੱਚ ਸੈਨੇਟਰਸ ਹੱਕ ਵਿੱਚ ਸੀ, 47 ਸੈਨੇਟਰਸ ਜਿਹੜੇ ਵਿਰੁੱਧ ਸੀਗੇ ਤੇ ਕਹਿੰਦੇ ਵੀ ਉਹ ਪਹਿਲਾਂ ਵੀ ਜੱਜ ਐਜ਼ ਏ ਜੱਜ ਉਹ ਜੌਬ ਕਰਦੇ ਸੀ। ਕਹਿੰਦੇ ਵੀ ਮੈਂ 10 ਸਾਲ ਲਗਭਗ ਜੱਜ ਐਜ਼ ਏ ਜੱਜ ਜੌਬ ਕੀਤੀ ਆ ਤੇ ਉਸੇ ਤਰ੍ਹਾਂ ਮੈਂ ਆਪਣੀ ਜੌਬ ਆ ਜੋ ਵਧੀਆ ਤਰੀਕੇ ਦੇ ਨਾਲ ਕਰੂੰਗੀ। ਜੱਜ ਬਰਾਊਨ ਉਹਨਾਂ ਦਾ ਜਨਮ ਵਾਸ਼ਿੰਗਟਨ DC ਦੇ ਵਿੱਚ ਸਤੰਬਰ 14 1970 ਦੇ ਵਿੱਚ ਹੋਇਆ ਤੇ ਉਹਨਾਂ ਨੂੰ ਮਿਆਮੀ ਦੇ ਵਿੱਚ ਰੇਜ਼ ਕੀਤਾ ਗਿਆ ਸੀ, ਜਿੱਥੇ ਉਹਨਾਂ ਨੇ ਹਾਈ ਸਕੂਲ ਅਟੈਂਡ ਕੀਤਾ, ਡਿਬੇਟਸ ਕੀਤੀਆਂ ਤੇ ਉਹ ਕਹਿੰਦੇ ਵੀ ਮੈਂ ਡਿਬੇਟ ਨੂੰ ਬਹੁਤ ਪਸੰਦ ਕਰਦੀ ਸੀ। ਉਹ ਤੋਂ ਬਾਅਦ ਹਾਰਵਰਡ ਯੂਨੀਵਰਸਿਟੀ ਗਈ, ਉੱਥੋਂ ਗ੍ਰੈਜੂਏਟ ਹੋਈ 1992 ਦੇ ਵਿੱਚ ਤੇ ਹਾਰਵਰਡ ਲਾ ਤੋਂ 1996 ਦੇ ਵਿੱਚ। ਜੀ ਬਿਲਕੁਲ, ਇਹ ਇਤਿਹਾਸਕ ਦਿਨ ਜਿਹੜਾ ਇਹ ਰਿਹਾ। ਨੋਮੀਨੇਸ਼ਨ ਤੋਂ ਲੈ ਕੇ ਅੱਜ ਜਿਹੜੇ ਸਹੁੰ ਚੁੱਕਣ ਤੱਕ ਇਹ ਪਹਿਲੀ ਵਾਰੀ ਜਿਹੜਾ ਉਹ ਦੇਖਿਆ ਗਿਆ। ਪਹਿਲੀ ਵਾਰੀ ਇੱਕ ਪ੍ਰੋਸੀਕਿਊਟਰ, ਪਬਲਿਕ ਪ੍ਰੋਸੀਕਿਊਟਰ, ਉਹ ਸੁਪਰੀਮ ਕੋਰਟ ਦੇ ਜਸਟਿਸ ਦੇ ਅਹੁਦੇ ਦੇ ਉੱਤੇ ਪਹਿਲੀ ਕਾਲੇ ਮੂਲ ਦੀ ਔਰਤ ਜਿਹੜੀ ਆ ਉਹ ਜਸਟਿਸ ਦੇ ਅਹੁਦੇ ਦੇ ਉੱਤੇ ਜਿਹੜੇ ਉਹ ਪਹੁੰਚੇ ਆ। ਉਧਰ ਸੁਪਰੀਮ ਕੋਰਟ ਦੇ ਵਿੱਚ ਅੱਜ ਕੁਝ ਅਹਿਮ ਫੈਸਲੇ ਜਿਹੜੇ ਉਹ ਵੀ ਆਏ ਹਰਜੋਤ ਸਿੰਘ ਜੀ। ਸੁਪਰੀਮ ਕੋਰਟ ਨੇ ਆਪਣੀ ਇਸ ਟਰਮ ਦੇ ਵਿੱਚ ਅਮਰੀਕਾ ਨੂੰ ਕਾਫੀ ਚੇਂਜ ਇੱਕ ਹਿਸਾਬ ਦੇ ਨਾਲ ਉਸ ਲੀਹ ਦੇ ਉੱਤੇ ਜਿਹੜਾ ਉਹ ਤੋਰ ਦਿੱਤਾ ਆ। ਸੁਪਰੀਮ ਕੋਰਟ ਨੇ ਅੱਜ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਪਰ ਇੱਕ ਹਿਸਾਬ ਦੇ ਨਾਲ ਕੁਤਰੇ। ਉਹਨਾਂ ਨੇ ਕਿਹਾ ਵੀ ਇਹਨਾਂ ਦੇ ਕੋਲ ਅਜਿਹੇ ਅਧਿਕਾਰ ਨਹੀਂ ਹਨ ਵੀ ਜਿਹੜੇ ਐਗਜ਼ਿਸਟਿੰਗ ਪਾਵਰ ਪਲਾਂਟਸ ਆ ਉਹਨਾਂ ਦੀ ਕਾਰਬਨ ਆਊਟਪੁੱਟ ਨੂੰ ਰਿਡਿਊਸ ਕਰਨ ਦੇ ਲਈ ਉਹਨਾਂ ਉੱਤੇ ਜਿਹੜੇ ਕੱਟਬੈਕਸ ਆ ਉਹ ਕਰ ਸਕਣ। ਇਹ ਰੂਲਿੰਗ ਦੇ ਨਾਲ ਜਿਹੜੇ ਰਾਸ਼ਟਰਪਤੀ ਬਾਈਡਨ ਤੇ ਜਿਹੜੇ ਬਹੁਤ ਸਾਰੇ ਇਨਵਾਇਰਮੈਂਟਲਿਸਟ ਆ ਉਹਨਾਂ ਨੂੰ ਧੱਕਾ ਵੀ ਲੱਗਾ ਤੇ ਰਾਸ਼ਟਰਪਤੀ ਬਾਈਡਨ ਦਾ ਖੁਦ ਦਾ ਇਹ ਏਜੰਡਾ ਵੀ ਅਸੀਂ ਕਲੀਨ એનર્ਜੀ ਦੇ ਉੱਤੇ US ਪਾਵਰ ਗ੍ਰਿਡ ਨੂੰ ਲੈ ਕੇ ਜਾਣਾ 2035 ਤੱਕ, ਉਹ ਕਾਫੀ ਜ਼ਿਆਦਾ ਪਿੱਛੇ ਜਿਹੜੀ ਆ ਉਹ ਪੈ ਸਕਦੀ ਆ। ਰਿਪਬਲਿਕਨ ਲੈਡ ਸਟੇਟਸ ਨੇ EPA ਦੀ ਉਸ ਅਥਾਰਟੀ ਦੇ ਉੱਤੇ ਪ੍ਰਸ਼ਨ ਜਿਹੜੇ ਉਹ ਚੁੱਕੇ ਸੀਗੇ ਵੀ ਕੀ EPA ਦੇ ਕੋਲ ਅਜਿਹੇ ਅਧਿਕਾਰ ਹੈਗੇ ਨੇ
ਕਲੀਨ ਏਅਰ ਐਕਟ ਦੇ ਤਹਿਤ ਵੀ ਜੋ ਕਿ ਇਹ ਐਗਜ਼ਿਸਟਿੰਗ ਪਾਵਰ ਪਲਾਂਟਸ ਆ ਜੋ ਕਿ ਕੋਲੇ ਦੇ ਨਾਲ ਚੱਲ ਰਹੇ ਆ ਵੀ ਉਹਨਾਂ ਦੀ ਕਾਰਬਨ ਆਊਟਪੁੱਟ ਨੂੰ ਰਿਡਿਊਸ ਕਰਨ ਦੇ ਲਈ ਹੋ ਸਕੇ। 3 ਦੇ ਮੁਕਾਬਲੇ 6 ਜਸਟਿਸਿਸ ਨੇ ਇਹ ਜਿਹੜੇ ਕੋਲ ਪਾਵਰ ਪਲਾਂਟ ਆ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ, ਜਿਸ ਦੇ ਵਿੱਚ ਚੀਫ ਜਸਟਿਸ ਜੌਨ ਰਾਬਰਟਸ ਉਹਨਾਂ ਨੇ ਕੋਰਟ ਦਾ ਮੈਜੋਰਟੀ ਓਪੀਨੀਅਨ ਵੀ ਜਿਹੜਾ ਆ ਉਹ ਲਿਖਿਆ ਹੈਗਾ। ਸੋ ਸੁਪਰੀਮ ਕੋਰਟ ਨੇ ਅੱਜ ਜਿਹੜੇ ਕੋਲ ਪਾਵਰ ਪਲਾਂਟਸ ਆ ਉਹਨਾਂ ਤੇ EPA ਦੇ ਦੁਆਰਾ ਕੱਟਬੈਕਸ ਕਰਨ ਦੀ ਇੱਕ ਗੱਲ ਆ, ਉਸ ਨੂੰ ਇੱਕ ਹਿਸਾਬ ਦੇ ਨਾਲ EPA ਨੂੰ ਕਿਹਾ ਵੀ ਤੁਸੀਂ ਇਹ ਚੀਜ਼ ਹੁਣ ਨਹੀਂ ਕਰ ਸਕੋਗੇ। ਜੀ, ਸੋ ਇਹ ਬਹੁਤ ਵੱਡਾ ਡਿਸੀਜਨ ਇੱਕ US ਦੀ ਸੁਪਰੀਮ ਕੋਰਟ ਨੂੰ ਦਿੱਤਾ ਗਿਆ ਤੇ ਵੱਡਾ ਝਟਕਾ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਸਰਕਾਰ ਨੂੰ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣੇਗਾ ਇਹਦੇ ਸੰਬੰਧ ਦੇ ਵਿੱਚ। ਕੈਲੀਫੋਰਨੀਆ ਦੇ ਲਾ ਮੇਕਰਸ ਨੇ ਇੱਕ ਵੈਲਿਡ ਪ੍ਰਪੋਜ਼ਲ ਨੂੰ ਰਿਜੈਕਟ ਕਰ ਦਿੱਤਾ, ਜਿਹਦੇ ਵਿੱਚ ਇਹ ਸੀ ਵੀ ਜੋ ਕੈਦੀ ਹੈਗੇ ਆ ਉਹਨਾਂ ਨੂੰ ਲੇਬਰ ਕਰਨ ਤੋਂ ਰੋਕ ਦਿੱਤਾ ਜਾਵੇ। ਸੋ ਉਹਨਾਂ ਨੇ ਇਹ ਕਿਹਾ ਵੀ ਨਹੀਂ, ਕੈਲੀਫੋਰਨੀਆ ਵੀ ਇੱਕ ਇੱਦਾਂ ਦੀ ਸਟੇਟ ਆ ਜਿੱਥੇ ਹੋਰ ਸਟੇਟਾਂ ਵਾਂਗ ਸਲੇਬਰੀ ਨਹੀਂ ਇਹ ਮੰਨਦੇ ਹੈਗੇ। ਇਨਵੋਲੰਟਰਲੀ ਜੋ ਹੁੰਦਾ ਹੈਗਾ ਸਰਵਿਟਿਊਟ ਪ੍ਰਿਜ਼ਨਰਸ ਦੇ ਲਈ ਉਹ ਕੀਤਾ ਜਾਂਦਾ ਹੈਗਾ। ਪਰ ਇਹਦੇ ਸੰਬੰਧ ਦੇ ਵਿੱਚ ਅੱਜ ਜੋ ਕੈਲੀਫੋਰਨੀਆ ਦੇ ਲਾ ਮੇਕਰਸ ਆ ਉਹਨਾਂ ਨੇ ਪ੍ਰਪੋਜ਼ਲ ਨੂੰ ਰਿਜੈਕਟ ਕਰ ਦਿੱਤਾ, ਜਿਹਦੇ ਨਾਲ ਫੋਰਸ ਪ੍ਰਿਜ਼ਨ ਲੇਬਰ ਨੂੰ ਬੰਦ ਕਰਨਾ ਸੀ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਯੂਵਾਲਡੇ ਦੇ ਵਿੱਚ ਰੋਬ ਐਲੀਮੈਂਟਰੀ ਸਕੂਲ ਸਭ ਨੂੰ ਹੀ ਜਿਹੜਾ ਪਤਾ ਹੈ ਵੀ ਉੱਥੇ ਜਿਹੜਾ ਦਰਦਨਾਕ ਸ਼ੂਟਿੰਗ ਵਾਪਰੀ ਸੀ, ਜਿਸ ਦੇ ਵਿੱਚ ਮਾਸੂਮ ਬੱਚੇ ਤੇ ਸਕੂਲ ਦੇ ਵਿੱਚ ਕੰਮ ਕਰਨ ਵਾਲੇ ਹੋਰ ਅਧਿਆਪਕ ਵੀ ਉਹਨਾਂ ਦੀਆਂ ਮੌਤਾਂ ਹੋਈਆਂ ਸੀ, ਕਤਲ ਉਹਨਾਂ ਦਾ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਗਿਆ ਸੀ। ਇੱਕ ਮਾਂ ਜਿਹਨੇ ਭੱਜ ਕੇ ਆਪਣੇ ਬੱਚਿਆਂ ਨੂੰ ਉੱਥੋਂ ਬਚਾਇਆ ਸੀ, ਉਹ ਹੁਣ ਇਹ ਕਥਿਤ ਤੌਰ ਤੇ ਦਾਅਵਾ ਕਰ ਰਹੀ ਆ ਵੀ ਉੱਥੋਂ ਦੇ ਜਿਹੜੇ ਲੋਕਲ ਪੁਲਿਸ ਆਫਿਸਰ ਆ ਉਹ ਉਸ ਨੂੰ ਹੁਣ ਹਰਾਸ ਕਰ ਰਹੇ ਆ, ਕਿਉਂਕਿ ਇਸਨੇ ਖੁਦ ਇਹ ਆਪਣੀ ਇੱਕ ਹਿਸਾਬ ਦੇ ਨਾਲ ਹੱਥਾਂ ਦੇ ਵਿੱਚ ਲਈ ਗੱਲ ਤੇ ਆਪਣੇ ਬੱਚਿਆਂ ਨੂੰ ਉੱਥੋਂ ਕੱਢ ਕੇ ਲਿਆਂਦਾ। ਉੱਥੋਂ ਦੇ ਪੁਲਿਸ ਅਧਿਕਾਰੀਆਂ ਦੇ ਨਕੰਮੇਪਣ ਦੀ ਹੱਦਾਂ ਜਿਹੜੀਆਂ ਆ ਉਹ ਬਹੁਤ ਸਾਰੀਆਂ ਬੀਤੇ ਦਿਨਾਂ ਦੇ ਵਿੱਚ ਆਈਆਂ ਰਿਪੋਰਟਾਂ 'ਚ ਉਹ ਨਸ਼ਰ ਹੋਈਆਂ ਵੀ ਕਿਸ ਤਰੀਕੇ ਦੇ ਨਾਲ ਹੱਥ ਤੇ ਹੱਥ ਧਰੇ ਉੱਥੇ ਬੈਠੇ ਰਹੇ, ਜਦ ਕਿ ਕੁਝ ਬੱਚੇ ਉਸ ਟਾਈਮ ਉਸ ਕਤਲੋ ਗਾਰਤ ਜਿਹੜੀ ਚੱਲ ਰਹੀ ਸੀ ਉੱਥੇ ਜੀਵਤ ਸੀਗੇ, ਉਹਨਾਂ ਨੂੰ ਬਚਾਇਆ ਜਾ ਸਕਦਾ ਸੀ, ਪਰ ਇਹਨਾਂ ਨੇ ਕੁਛ ਵੀ ਜਿਹੜਾ ਉਹ ਨਹੀਂ ਕੀਤਾ ਤੇ ਜਿੰਨੀ ਦੇਰ ਤੱਕ ਸਾਰੇ ਫਿਰ ਮਰ ਨਹੀਂ ਗਏ ਉਨੀ ਦੇਰ ਤੱਕ ਕੋਈ ਗਿਆ ਨਹੀਂ। ਉਹ ਵੀ ਕੋਈ ਆਫ ਡਿਊਟੀ ਫੈਡਰਲ ਏਜੰਟ ਉਹਨੇ ਜਾ ਕੇ ਫਿਰ ਉਸ ਕਾਤਲ ਨੂੰ ਜਿਹੜਾ ਆ ਉੱਥੇ ਮਾਰਿਆ ਸੀਗਾ। ਸੋ ਇਹ ਹੁਣ ਹਰਜੋਤ ਸਿੰਘ ਜੀ ਇੱਕ ਨਵੀਂ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ ਵੀ ਜਿਹਨੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਬਚਾਏ, ਤੇ ਹੁਣ ਪੁਲਿਸ ਦੇ ਦੁਆਰਾ ਉਸ ਨੂੰ ਹਰਾਸਮੈਂਟ ਝੱਲਣੀ ਪੈ ਰਹੀ ਆ ਵੀ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਹੈਗੇ ਆ। ਆਲਰੇਡੀ ਇਹ ਫੈਸਲਾ ਲੈ ਲਿਆ ਗਿਆ ਵੀ ਇਸ ਸਕੂਲ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਜਾਵੇਗਾ ਤੇ ਨਵੀਂ ਇਮਾਰਤ ਜਿਹੜੀ ਆ ਇਸ ਦੀ ਥਾਂ ਦੇ ਉੱਤੇ ਉਸਾਰੀ ਹੋਵੇਗੀ। ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਟੈਕ ਟਾਈਟਨ ਅਡੋਬੀ ਸਿਸਟਮਸ ਜਿਹੜੀ ਕੰਪਨੀ ਆ ਉਹ ਇੱਕ ਨਵੀਂ ਬਿਲਡਿੰਗ ਡਾਊਨਟਾਊਨ ਸੈਨ ਹੋਜ਼ੇ 'ਚ ਆ ਉੱਥੇ ਮੂਵ ਕਰਨ ਜਾ ਰਹੀ ਆ, ਜਿੱਥੇ ਕਿ ਕਹਿੰਦੇ ਭਈ ਉਹਨਾਂ ਦੇ EMPLOYEES ਦੀ ਗਿਣਤੀ ਵੀ ਡਬਲ ਹੋ ਜਾਊਗੀ। ਰੀਸੈਂਟਲੀ ਬਹੁਤ ਸਾਰੀਆਂ ਕੰਪਨੀਆਂ ਆਪਣੇ EMPLOYEES ਨੂੰ ਇਹ ਕਹਿ ਰਹੀਆਂ ਵੀ ਜਾਂ ਤਾਂ ਵਾਪਸ ਕੰਮ ਤੇ ਆਓ ਤੇ ਜਾਂ ਕੁਛ ਦਿਨ ਕੰਮ ਤੇ ਆਓ, ਕੁਛ ਦਿਨ ਘਰੋਂ ਕੰਮ ਕਰੋ। ਸੋ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਬੁਲਾ ਵੀ ਲਿਆ ਆ। ਟੈਸਲਾ ਨੇ ਤਾਂ ਸਾਰੇ EMPLOYEES ਨੂੰ ਕਹਿ ਦਿੱਤਾ ਵੀ ਜਿਹਨੀ ਨਹੀਂ ਆਉਣਾ, ਘਰੋਂ ਕੰਮ ਕਰਨਾ ਆ ਤੇ ਉਹ ਬੇਸ਼ੱਕ ਦੀ ਕੰਮ ਛੱਡ ਦੇਣ। ਤੇ ਉਹਨਾਂ ਨੇ ਕੱਲ ਇੱਕ ਪੂਰੇ ਦਾ ਪੂਰਾ ਯੂਨਿਟ ਸੈਨ ਮਟੇਓ ਦੇ ਵਿੱਚ ਬੰਦ ਕਰਤਾ ਸੀ, ਜਿੱਥੇ 200 ਦੇ ਕਰੀਬ ਇੰਜੀਨੀਅਰ ਕੰਮ ਕਰਦੇ ਸੀ। ਸੋ ਅਡੋਬੀ ਸਿਸਟਮਸ ਡਾਊਨਟਾਊਨ ਸੈਨ ਹੋਜ਼ੇ ਦੇ ਵਿੱਚ ਅਰਲੀ 2023 ਦੇ ਵਿੱਚ ਆਪਣਾ ਆਫਿਸ ਮੂਵ ਕਰਨ ਜਾ ਰਹੇ ਆ। ਪਹਿਲਾਂ ਵੀ ਇਹਨਾਂ ਦਾ ਆਫਿਸ ਡਾਊਨਟਾਊਨ ਹੈਗਾ ਆ। ਇਹਦੇ ਵਿੱਚ ਇਹ ਵੱਡਾ ਕਾਫੀ ਬਿਲਡਿੰਗ ਆ, 18 ਸਟੋਰੀ ਬਿਲਡਿੰਗ ਆ, 7 ਲੱਖ ਸਕੁਅਰ ਫੁੱਟ ਹੈਗੀ ਆ। ਐਗਜ਼ਿਸਟਿੰਗ ਜੋ ਅਡੋਬੀ ਦੀ ਸਿਸਟਮ ਆ ਉਹਦੇ ਨਾਲ ਇਹ ਕਨੈਕਟਡ ਹੈਗੀ ਸੈਨ ਫਰਨਾਂਡੋ ਸਟਰੀਟ ਦੇ ਉੱਤੇ। ਸਿਲੀਕਨ ਵੈਲੀ ਦੀ ਕਹਿੰਦੇ ਵੀ ਪਹਿਲੀ ਇਲੈਕਟ੍ਰਿਕ ਬਿਲਡਿੰਗ ਹੋਊਗੀ ਇਹ ਜੋ ਚੈਨ ਹੈਗੇ ਆ ਉਹਨਾਂ ਦੇ ਸਪੋਕਸਪਰਸਨ ਅਡੋਬੀ ਸਿਸਟਮ ਦੇ, ਉਹਨਾਂ ਨੇ ਇਹ ਕਿਹਾ ਹੈਗਾ। ਪ੍ਰੈਜ਼ੈਂਟਲੀ ਅਡੋਬੀ ਸਿਸਟਮ 3800 ਦੇ ਕਰੀਬ ਲੋਕਾਂ ਨੂੰ ਇੰਪਲਾਈ ਕਰਦੀ ਆ ਸੈਨ ਹੋਜ਼ੇ ਦੇ
ਆਫਿਸ ਦੇ ਵਿੱਚ। ਜਿਹੜੀ ਨਵੀਂ ਹਾਈ ਰਾਈਜ਼ ਬਿਲਡਿੰਗ ਆ ਉਹਦੇ 'ਚ 3300 ਲੋਕ ਕੰਮ ਕਰ ਸਕਦੇ ਹੈਗੇ। ਸੋ ਟੋਟਲ ਹੈਡ ਕਾਊਂਟ 6800 ਦੇ ਕਰੀਬ ਉੱਥੇ ਕੰਮ ਕਰ ਸਕਣਗੇ, ਜੋ ਕਿ 79% ਜੋ EMPLOYEES ਆ ਸੈਨ ਹੋਜ਼ੇ ਅਰਬਨ ਏਰੀਏ 'ਚ ਉਹ ਹੋਣਗੇ। ਜੀ, ਜੀ। ਕੈਲੀਫੋਰਨੀਆ ਦੇ ਲਾਅਮੇਕਰਸ ਨੇ ਅੱਜ ਬਜਟ ਨੂੰ ਅਪਰੂਵ ਕਰ ਦਿੱਤਾ। $308 ਬਿਲੀਅਨ ਦਾ ਜਿਹੜਾ ਸਪੈਂਡਿੰਗ ਪਲਾਨ ਆ, ਇਸ ਦੇ ਵਿੱਚ ਅਬੋਰਸ਼ਨਸ ਤੋਂ ਲੈ ਕੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਅਡਲਟ, ਉਹਨਾਂ ਦੇ ਜਿਹੜੇ ਹੈਲਥ ਕੇਅਰ ਕਾਸਟ, ਕੈਸ਼ ਪੇਮੈਂਟਸ ਜਿਹੜੀਆਂ ਆ ਰੈਕਡ ਹਾਈ ਪ੍ਰਾਈਸਿਸ ਨੂੰ ਆਫਸੈਟ ਕਰਨ ਦੇ ਲਈ ਇਹ ਸਾਰਾ ਕੁਛ ਸ਼ਾਮਿਲ ਹੋਵੇਗਾ। ਇਸ ਹਫ਼ਤੇ ਦੇ ਅਖੀਰ ਤੱਕ ਕਹਿੰਦੇ ਗਵਰਨਰ ਗੈਵਿਨ ਨਿਊਸਮ ਇਸ ਬਜਟ ਦੇ ਉੱਤੇ ਸਾਈਨ ਕਰ ਸਕਦੇ ਆ। ਇਸ ਤੋਂ ਬਾਅਦ ਦੇ ਵਿੱਚ ਜਿਹੜੇ ਲਾਅਮੇਕਰਸ ਆ ਉਹਨਾਂ ਨੇ ਸਮਰ ਰੀਸੈਸ ਦੇ ਉੱਤੇ ਜਾਣਾ ਆ। 2 ਵਰ੍ਹੇ ਪਹਿਲਾਂ $54 ਬਿਲੀਅਨ ਦਾ ਡੈਫਿਸਿਟ ਪੈਂਡੈਮਿਕ ਦੇ ਕਰਕੇ ਕੈਲੀਫੋਰਨੀਆ ਦੇ ਵਿੱਚ ਆ ਗਿਆ ਸੀਗਾ। ਮੁਲਕ ਦੀ ਸਭ ਤੋਂ ਵੱਧ ਪਾਪੂਲੇਸ਼ਨ ਵਾਲੀ ਇਹ ਸੂਬਾ ਜਿਹੜਾ ਉਹ ਹੈਗਾ ਤੇ ਇਹ ਐਸਾ ਟਰਨ ਅਰਾਊਂਡ ਹੋਇਆ ਵੀ $97 ਬਿਲੀਅਨ ਬਜਟ ਦਾ ਜਿਹੜਾ ਸਰਪਲਸ ਹੋਇਆ ਆ, ਇਹ ਸੂਬੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਹੁਣ ਤੱਕ ਦਾ ਦੇਖਿਆ ਗਿਆ ਆ। ਸਟੇਟ ਸੈਨੇਟਰ ਨੈਂਸੀ ਸਕਿਨਰ ਜਿਹੜੇ ਕਿ ਡੈਮੋਕ੍ਰੇਟ ਹੈਗੇ ਨੇ ਬਰਕਲੇ ਤੋਂ, ਤੇ ਚੇਅਰਵੂਮਨ ਨੇ ਸੈਨੇਟ ਬਜਟ ਤੇ ਫਿਜ਼ੀਕਲ ਰਿਵਿਊ ਕਮੇਟੀ ਦੇ, ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੇ ਵੋਟਰਸ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੈਲੀਫੋਰਨੀਆ ਦੇ ਪ੍ਰੋਗਰੈਸਿਵ ਟੈਕਸ ਸਿਸਟਮ ਨੂੰ ਮਨਜ਼ੂਰੀ ਦਿੱਤੀ ਤੇ ਨਾਲ ਦੇ ਨਾਲ ਇਹ ਪੱਕਿਆਂ ਕੀਤਾ ਵੀ ਜਿਹੜੇ ਕਾਫੀ ਅਮੀਰ ਹੈਗੇ ਨੇ ਉਹ ਵੀ ਆਪਣਾ ਫੇਅਰ ਸ਼ੇਅਰ ਟੈਕਸ ਦੇ ਜ਼ਰੀਏ ਜਿਹੜੇ ਉਹ ਦੇਣ, ਜਿਸ ਕਰਕੇ ਕੈਲੀਫੋਰਨੀਆ ਦਾ ਬਜਟ ਜਿਹੜਾ ਸਰਪਲਸ ਵੱਲ ਨੂੰ ਵਧਿਆ ਹੈਗਾ ਆ। ਸੋ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਡੈਮੋਕ੍ਰੇਟਸ ਦੇ ਉੱਤੇ ਤੋਹਮਤਾਂ ਲਾਉਂਦੇ ਹੋਏ ਇਹ ਕਿਹਾ ਵੀ ਇਹਨਾਂ ਨੇ ਜਿਹੜਾ ਸਟੇਟ ਟੈਕਸ ਸੀਗਾ ਗੈਸੋਲੀਨ ਦਾ ਉਸ ਨੂੰ ਸਸਪੈਂਡ ਨਹੀਂ ਕੀਤਾ, ਜਿਹੜਾ ਕਿ ਆਉਂਦੇ ਸ਼ੁੱਕਰਵਾਰ ਤੋਂ ਕੱਲ ਤੋਂ 53.9 ਸੈਂਟ ਪਰ ਗੈਲਨ ਜਿਹੜਾ ਵੱਧ ਕੇ ਹੋ ਜਾਣਾ ਆ। ਤੇ ਪੂਰੇ ਮੁਲਕ ਦੇ ਵਿੱਚ ਸਭ ਤੋਂ ਵੱਧ ਗੈਸ ਪ੍ਰਾਈਸ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਚੱਲ ਰਹੀ ਆ, ਐਵਰੇਜ $6 ਤੇ 30 ਸੈਂਟ। ਰਿਪਬਲਿਕਨਸ ਨੇ ਟਰਾਈ ਕੀਤੀ ਬਜਟ ਦੇ ਵਿੱਚ ਅਮੈਂਡਮੈਂਟ ਜਿਹੜੀ ਉਹ ਕਰਨ ਦੇ ਲਈ, ਗੈਸ ਟੈਕਸ ਨੂੰ ਸਸਪੈਂਡ ਕਰਨ ਦੇ ਲਈ, ਪਰ ਡੈਮੋਕ੍ਰੇਟਸ ਨੇ ਉਸ ਨੂੰ ਰਿਜੈਕਟ ਜਿਹੜਾ ਆ ਉਹ ਕਰ ਦਿੱਤਾ ਸੀਗਾ। ਤੇ ਹੁਣ $308 ਬਿਲੀਅਨ ਦਾ ਜਿਹੜਾ ਸਪੈਂਡਿੰਗ ਪਲਾਨ ਆ, ਜਿਸ ਦੇ ਵਿੱਚ ਹੁਣ $1050 ਤੱਕ ਜਿਹੜੇ ਪਰਿਵਾਰਾਂ ਨੂੰ ਇਹ ਵਧੇ ਹੋਏ ਗੈਸ ਨੂੰ ਇੱਕ ਹਿਸਾਬ ਦੇ ਨਾਲ ਆਫਸੈਟ ਕਰਨ ਦੇ ਲਈ ਜਿਹੜੇ ਡਾਲਰ ਆ ਉਹ ਦਿੱਤੇ ਜਿਹੜੇ ਉਹ ਜਾਣਗੇ। ਸੋ ਕਹਿੰਦੇ ਵੀ ਉਹ ਟੈਕਸ ਰੀਫੰਡਸ ਜਲਦ ਜਿਹੜੇ ਆ ਲੋਕਾਂ ਤੱਕ ਇਸ ਬਜਟ ਦੇ ਪਾਸ ਹੋਣ ਤੋਂ ਬਾਅਦ, ਸਾਈਨ ਹੋਣ ਤੋਂ ਬਾਅਦ ਚ ਆਉਣੇ ਸ਼ੁਰੂ ਹੋਣਗੇ। ਜੀ, ਅਗਲੀ ਖਬਰ ਅੱਗ ਦੇ ਨਾਲ ਸੰਬੰਧਿਤ ਆ। ਕੈਲੀਫੋਰਨੀਆ ਦੇ 5 ਫਾਇਰ ਫਾਈਟਰਸ ਬੁਰੀ ਤਰ੍ਹਾਂ ਫੱਟੜ ਹੋ ਗਏ ਆ ਤੇ 100 ਦੀ ਗਿਣਤੀ ਦੇ ਵਿੱਚ ਸਟਰਕਚਰਸ ਉਹਨਾਂ ਨੂੰ ਖਤਰਾ ਹੈਗਾ ਕਿਸੇ ਟਾਈਮ ਵੀ ਅੱਗ ਲੱਗ ਸਕਦੀ ਹੈਗੀ ਆ। ਵਾਈਲਡ ਫਾਇਰ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਸਿਰਫ 10% ਕੰਟੇਨ ਹੋਈ ਆ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਪਈ ਕੈਲੀਫੋਰਨੀਆ ਦੀ ਰਾਈਸ ਫਾਇਰ ਜਿਹੜੀ ਕਿ ਨਵਾਡਾ ਦੇ ਵਿੱਚ ਆ, ਬਾਰਡਰ ਤੇ ਹੀ ਆ। ਕੈਲੀਫਾਇਰ ਨਵਾਡਾ ਜੂਬਾ ਪਲੇਸਰ ਯੂਨਿਟ ਵੱਲੋਂ ਦੱਸਿਆ ਗਿਆ ਵੀ 904 ਏਕੜ ਤੋਂ ਵੀ ਜ਼ਿਆਦਾ ਫੈਲ ਗਈ ਆ, ਤੇਜ਼ੀ ਨਾਲ ਫੈਲ ਰਹੀ। ਸਿਰਫ 10% ਉਹ ਕੰਟੇਨ ਹੋਈ ਸੀ ਕੱਲ ਸ਼ਾਮ ਤੱਕ। ਗ੍ਰਾਸ ਵੈਲੀ 에ਅਰ ਟੈਕ ਬੇਸ ਨੇ 80,000 ਤੋਂ ਵੱਧ ਗੈਲਨ ਵਾਟਰ ਉੱਥੇ ਸਿੱਟਿਆ ਹੈਗਾ ਤੇ ਹਜੇ ਵੀ ਕਈ ਏਰੀਏ ਦੇ ਵਿੱਚ ਲੋਕਾਂ ਨੂੰ ਉੱਥੋਂ ਇਵੈਕੂਏਟ ਕੀਤਾ ਹੋਇਆ ਹੈਗਾ। ਬਹੁਤ ਸਾਰੀਆਂ ਕੈਲੀਫੋਰਨੀਆ ਦੀਆਂ ਕਮਿਊਨਿਟੀਆਂ ਵੀ ਬਾਰਡਰ ਦੇ ਲਾਗੇ ਜੋ ਨਵਾਡਾ ਦੇ ਹੈਗੀਆਂ, ਬਿਰਚਵਿਲ, ਸਵੀਟਲੈਂਡ, ਫ੍ਰੈਂਚ ਕੋਰਲ, ਬ੍ਰਿਜਪੋਰਟ, ਰਾਈਸ ਕ੍ਰਾਸਿੰਗ, ਇਹ ਸਾਰਿਆਂ ਨੂੰ ਇਵੈਕੂਏਸ਼ਨ ਦੇ ਆਰਡਰ ਦਿੱਤੇ ਹੋਏ ਹੈਗੇ ਆ। ਜੀ, ਸਪੇਸਐਕਸ ਕੰਪਨੀ ਨੂੰ FCC ਨੇ ਹੁਣ ਮਨਜ਼ੂਰੀ ਦੇ ਦਿੱਤੀ ਆ ਵੀ ਇਹ ਜਿਹੜੀ ਸੈਟੇਲਾਈਟ ਇੰਟਰਨੈਟ ਸਰਵਿਸ ਆ ਉਹ ਜਿਹੜੀਆਂ ਚੱਲ ਰਹੀਆਂ ਗੱਡੀਆਂ ਆ ਜਾਂ ਟਰੱਕ ਹੋ ਗਏ ਜਾਂ ਕੁਛ ਵੀ ਵਹੀਕਲਸ ਨੇ ਇਨ ਮੋਸ਼ਨ ਉਹਨਾਂ ਤੱਕ ਪਹੁੰਚਾ ਸਕਦੇ ਆ। ਇਸੇ ਨਾਲ ਪਲੇਨਸ ਦੇ ਉੱਤੇ ਤੇ ਬੋਟਸ ਨੂੰ ਵੀ ਇਹ ਜਿਹੜੀ ਇੰਟਰਨੈਟ ਸਟਾਰਲਿੰਕ ਇੰਟਰਨੈਟ ਸਰਵਿਸ ਆ ਉਹ ਪ੍ਰੋਵਾਈਡ ਕਰਨਗੇ। ਸੋ FCC ਨੇ ਇਹ ਆਥੋਰਾਈਜ਼ ਜਿਹੜਾ ਆ ਉਹ ਕਰ ਦਿੱਤਾ ਆ। ਇਸ ਕੰਪਨੀ ਨੇ ਆਲਰੇਡੀ ਕਈ ਡੀਲਸ ਜਿਹੜੇ ਕਮਰਸ਼ੀਅਲ 에ਅਰ ਕੈਰੀਅਰਸ ਦੇ ਨਾਲ ਪਹਿਲਾਂ ਹੀ ਸਾਈਨ ਕਰ ਲਈਆਂ ਸੀਗੀਆਂ ਇਸ ਡਿਸੀਜਨ ਦੇ ਆਉਣ ਤੋਂ ਪਹਿਲਾਂ, ਜਿਸ ਦੇ ਵਿੱਚ ਇਹਨਾਂ ਨੂੰ ਇਹ ਲੱਗਦਾ ਸੀਗਾ ਵੀ ਸਾਨੂੰ ਮਨਜ਼ੂਰੀ ਜਿਹੜੀ ਆ ਉਹ ਮਿਲ ਜਾਵੇਗੀ। ਹਾਲ ਦੀ ਘੜੀ ਸਪੇਸਐਕਸ ਨੇ ਇਸ ਦੇ ਉੱਤੇ ਕੋਈ ਟਿੱਪਣੀ ਤਾਂ ਜਿਹੜੀ ਉਹ ਨਹੀਂ ਕੀਤੀ। ਬੇਸ ਪ੍ਰਾਈਸ ਦੇ ਵਿੱਚ ਸਪੇਸਐਕਸ ਦੇ ਜਿਹੜੇ ਸਟਾਰਲਿੰਕ ਸਰਵਿਸ ਨੇ
$10 ਦਾ ਆਲਰੇਡੀ ਇਜ਼ਾਫਾ ਜਿਹੜਾ ਉਹ ਕਰ ਦਿੱਤਾ ਹੈਗਾ ਆ। 2700 ਤੋਂ ਵੱਧ ਜਿਹੜੇ ਸੈਟੇਲਾਈਟਸ ਆ ਇਹਨਾਂ ਦੇ ਅਰਥ ਦੇ ਆਲੇ-ਦੁਆਲੇ ਘੁੰਮ ਰਹੇ ਨੇ। ਜਿਹੜੇ ਸਟਾਰਲਿੰਕ ਸੈਟੇਲਾਈਟਸ ਆ, ਜੋ ਕਿ ਦੁਨੀਆ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਹਾਈ ਸਪੀਡ ਇੰਟਰਨੈਟ ਜਿਹੜਾ ਆ ਉਹ ਪ੍ਰਦਾਨ ਕਰਦੇ ਨੇ 100 MBPS ਦੀ ਜਿਹੜੀ ਸਪੀਡ ਤੱਕ। ਸੋ ਬਹੁਤ ਸਾਰੇ ਲੋਕਾਂ ਨੇ ਆਲਰੇਡੀ ਇਸ ਨੂੰ ਲਗਵਾਇਆ ਹੈਗਾ ਆ, ਤੇ ਕਈ ਜਿਹੜੇ ਵੇਟਿੰਗ ਲਿਸਟ ਤੇ ਆ, ਤੇ ਕਈ ਥਾਵਾਂ ਦੇ ਉੱਤੇ ਲੋਕ ਇੰਤਜ਼ਾਰ ਦੇ ਵਿੱਚ ਨੇ ਵੀ ਕਦੋਂ ਉੱਥੇ ਇਹਨਾਂ ਦੀ ਸਰਵਿਸ ਜਿਹੜੀ ਉਹ ਸ਼ੁਰੂ ਹੋਊਗੀ। ਪਰ ਹੁਣ ਇਹਨਾਂ ਦਾ ਦਾਇਰਾ ਜਿਹੜਾ ਉਹ ਵਧੇਗਾ। ਪਲੇਨਸ, ਟਰੱਕਸ ਤੇ ਬੋਟਸ ਨੂੰ ਵੀ ਇਸ ਇੰਟਰਨੈਟ ਪ੍ਰਦਾਨ ਕਰਨ ਦੀ ਲਈ ਮਨਜ਼ੂਰੀ FCC ਦੁਆਰਾ ਮਿਲ ਗਈ ਆ। ਜੀ। ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਵਾਇਲੈਂਟ ਹੋਮ ਇਨਵੇਜ਼ਨਸ ਹੋਈਆਂ ਸੀ, ਧੱਕੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ 2 'ਚ ਲੁਟੇਰੇ ਵੜ ਗਏ ਸੀ। ਇੱਕ ਜਗ੍ਹਾ ਦੇ ਉੱਤੇ ਤਾਂ ਉਹਨੇ 15 ਮਹੀਨੇ ਦੇ ਬੱਚੇ ਨੂੰ ਗਨ ਦੇ ਥੱਲੇ ਰੱਖਿਆ ਤੇ ਨਾਲ ਉਹਦੇ ਪੇਰੈਂਟਸ ਨੂੰ ਬੈਂਕ 'ਚ ਲੈ ਗਿਆ ਪੈਸੇ ਕਢਾਉਣ ਦੇ ਲਈ, ਜਿਹਦੇ ਕੋਲ 1 ਲੱਖ ਤੋਂ ਵੱਧ ਡਾਲਰ ਸੀ। ਜੀ। ਲੱਕਲੀ ਬੈਂਕ ਉਸ ਟਾਈਮ ਤੇ ਕਲੋਜ਼ ਹੋ ਚੁੱਕੀ ਸੀ। ਦੂਸਰੀ ਜਗ੍ਹਾ 2 ਬਜ਼ੁਰਗ ਬੰਦੇ ਸੀ ਜਿਨ੍ਹਾਂ ਨੂੰ ਹਸਬੈਂਡ ਵਾਈਫ ਬੈਲਟਾਂ ਦੇ ਨਾਲ ਬੰਨ੍ਹ ਕੇ ਉਹਨਾਂ ਨਾਲ ਜਲੀਲ ਵੀ ਕੀਤਾ ਤੇ ਉਹਨਾਂ ਨੂੰ ਕਾਫ਼ੀ ਘੰਟੇ ਬੰਨ੍ਹ ਰੱਖਿਆ ਤੇ ਪੂਰਾ ਘਰ ਉਹਨਾਂ ਦਾ ਲੁੱਟਿਆ। ਉਸ ਸੰਬੰਧ ਦੇ ਵਿੱਚ ਸੈਨ ਹੋਜ਼ੇ ਦੀ ਪੁਲਿਸ ਡਿਪਾਰਟਮੈਂਟ ਨੇ 4 ਜਾਣਿਆਂ ਨੂੰ ਅਰੈਸਟ ਕਰ ਲਿਆ ਹੈਗਾ। ਅਮਾਂਦੋ ਮੰਜ਼ਾਨੋ 19 ਸਾਲਾਂ ਦੇ, ਡੈਨੀਅਲ ਮੈਂਡਜ਼ 19 ਸਾਲਾਂ ਦੇ, ਐਡਜੂਆਰਡੋ ਸੈਂਤੀਆਗੋ 23 ਸਾਲਾਂ ਦੇ ਤੇ ਇੱਕ 17 ਸਾਲਾਂ ਦਾ ਹੋਰ ਬੱਚਾ ਸੀ ਜਿਸ ਨੂੰ ਅਰੈਸਟ ਕੀਤਾ ਗਿਆ ਵਾਇਲੈਂਟ ਹੋਮ ਇਨਵੇਜ਼ਨ ਦੇ ਕਰਕੇ। ਇਹ ਸਾਰਾ ਕੁਝ ਈਸਟ ਤੇ ਸਾਊਥ ਸੈਨ ਹੋਜ਼ੇ ਦੇ ਵਿੱਚ ਵਾਪਰਿਆ। 600 ਬਲਾਕ ਨਾਰਥ ਕੈਪੀਟਲ ਤੇ ਇੱਕ ਘਰ ਸੀ। ਇੱਦਾਂ ਹੀ ਇੱਕ ਤਰ੍ਹਾਂ 1000 ਬਲਾਕ ਸਮਰਡੇਲ ਡਰਾਈਵ ਦੇ ਉੱਤੇ ਇਹ ਘਰ ਸੀਗਾ। ਜੀ, ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਸਿਟੀ ਦੇ ਜਿਹੜੇ ਕੌਂਸਲ ਦੇ ਵਿੱਚ ਕਾਫੀ ਰੌਲਾ-ਗੌਲਾ ਜਿਹੜਾ ਇਸ ਟਾਈਮ ਚੱਲ ਰਿਹਾ ਆ। ਉੱਥੋਂ ਦੇ ਜਿਹੜੇ ਕੌਂਸਲਮੈਨ ਸ਼ੌਨ ਲੋਲੀ, ਉਹ ਕਹਿੰਦੇ ਆ ਵੀ ਉਹ ਉੱਥੇ ਰਿਕੁਆਇਰਮੈਂਟ ਆ ਵੀ ਜਿਹੜੇ ਵੀ ਸਿਟੀ ਕੌਂਸਲ ਮੈਂਬਰ ਆ, ਉਹ ਜਿਹੜੀ ਡਿਸਟ੍ਰਿਕਟ ਨੂੰ ਰਿਪ੍ਰੈਜ਼ੈਂਟ ਕਰਦੇ ਆ, ਉਹਨੂੰ ਉੱਥੇ ਹੀ ਰਹਿਣਾ ਪੈਂਦਾ ਆ। ਇਹ ਉੱਥੋਂ ਦੀ ਰਿਕੁਆਇਰਮੈਂਟ ਆ। ਹੁਣ ਕਹਿੰਦੇ ਵੀ ਬੀਤੇ ਦਿਨਾਂ ਦੇ ਵਿੱਚ ਇਹ ਖੁਲਾਸਾ ਜਿਹੜਾ ਉਹ ਹੋਇਆ ਵੀ ਸੈਕਰਾਮੈਂਟੋ ਦਾ ਇਹ ਕੌਂਸਲਮੈਨ ਜਿਹੜੇ ਆ, ਉਹ ਇੰਪਲਾਈ ਤੇ ਉਹਦਾ ਜਿਹੜਾ ਪਰਿਵਾਰ ਆ, ਉਸ ਘਰ ਦੇ ਵਿੱਚ ਜਿਹੜੇ ਕਹਿੰਦੇ ਆ ਵੀ ਉੱਥੇ ਰਹਿ ਰਹੇ ਸੀਗੇ। ਸੋ ਕਹਿੰਦੇ ਵੀ ਜਿਸ ਘਰ ਨੂੰ ਵੋਟ ਪਾਉਣ ਦੇ ਲਈ ਐਡਰੈਸ ਨੂੰ ਵਰਤ ਰਹੇ ਹੈਗੇ ਆ, ਉਸੇ ਹੀ ਘਰ ਦੇ ਵਿੱਚ ਉਹ ਨਹੀਂ ਸੀਗੇ। ਸੋ ਕਹਿੰਦੇ ਵੀ ਇੱਕ ਔਰਤ ਜਿਹੜੀ ਸਿਟੀ ਕੌਂਸਲ ਮੈਂਬਰ ਦੇ ਲਈ ਕੰਮ ਕਰਦੀ ਆ, ਉਹ ਆਪਣੇ ਪਰਿਵਾਰ ਦੇ ਨਾਲ ਉਸ ਘਰ ਦੇ ਵਿੱਚ ਇਨਫੈਕਟ ਰਹਿ ਰਹੀ ਹੈਗੀ ਆ, ਜਦ ਕਿ ਜਿਹੜੇ ਸਿਟੀ ਕੌਂਸਲਮੈਨ ਸ਼ੌਨ ਲੋਲੀ ਉੱਥੇ ਨਹੀਂ ਹੈਗੇ। ਸੋ ਇਹ ਹੁਣ ਨਵਾਂ ਜਿਹੜਾ ਆ ਰੌਲਾ-ਗੌਲਾ ਉੱਥੇ ਪੈ ਰਿਹਾ। ਕਹਿੰਦੇ ਵੀ ਖੁਦ ਜਿਹੜੇ ਕੌਂਸਲਮੈਨ ਹੈਗੇ ਨੇ, ਉਹਨਾਂ ਦਾ ਇੱਕ ਹੋਰ ਘਰ ਹੈਗਾ ਗ੍ਰੇਨਾਈਟ ਬੇ ਦੇ ਵਿੱਚ 2016 ਤੋਂ, ਪਰ ਲੋਲੀ ਇਸ ਘਰ ਦੇ ਵਿੱਚ ਰਜਿਸਟਰਡ ਨੇ ਵੋਟ ਪਾਉਣ ਦੇ ਲਈ, ਤੇ ਖੁਦ ਜਿਹੜੇ ਆ ਕਿਸੇ ਹੋਰ ਘਰ ਦੇ ਵਿੱਚ ਇਸ ਟਾਈਮ ਰਹਿ ਰਹੇ ਨੇ। ਜੀ। ਅਗਲੀ ਖਬਰ ਯੂਕੇ ਤੋਂ ਆ ਰਹੀ ਆ। ਫਾਈਨਲੀ ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਜੱਗੀ ਜੌਲ ਦੇ ਹੱਕ ਦੇ ਵਿੱਚ ਬੋਲਿਆ ਹੈਗਾ। ਉਹਨਾਂ ਨੇ ਲੈਟਰ ਇੱਕ ਲਿਖਿਆ ਵੀ ਆ ਇੰਡੀਅਨ ਸਰਕਾਰ ਨਾਲ ਵੀ, ਕਹਿੰਦਾ ਮੇਰੀ ਗੱਲ ਹੋਈ ਆ ਇੰਡੀਆ ਦੇ ਇੱਕ ਜਿਹੜੇ ਆ ਮੇਨ ਉਹਨਾਂ ਦੇ ਮੈਂਬਰ ਪਾਰਲੀਮੈਂਟ ਸੀਗੇ, ਉਹ ਜਦੋਂ ਯੂਕੇ ਦੇ ਵਿੱਚ ਆਏ ਸੀ ਉਸ ਟਾਈਮ ਦੇ ਉੱਤੇ ਵੀ ਉਹਨਾਂ ਨੇ ਇਹ ਮੁੱਦਾ ਚੱਕਿਆ ਸੀ। ਡਾਕਟਰ ਸੁਬਰਾਮਨੀਅਮ ਜੈਸ਼ੰਕਰ ਜੋ ਇੰਡੀਅਨ ਐਕਸਟਰਨਲ ਅਫੇਅਰ ਮਿਨਿਸਟਰ ਆ, ਕਹਿੰਦੇ ਵੀ 100 ਤੋਂ ਵੱਧ ਵਾਰ ਇੰਡੀਅਨ ਸਰਕਾਰ ਦੇ ਕੋਲ ਇਹ ਮੁੱਦਾ ਚੁੱਕਿਆ ਗਿਆ ਹੈ ਯੂਕੇ ਦੀ ਸਰਕਾਰ ਵੱਲੋਂ। ਨਾ ਤਾਂ ਉਹ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੇ ਚਾਰਜ ਲਾਉਂਦੇ ਆ ਤੇ ਨਾ ਛੱਡਦੇ ਆ। 5 ਸਾਲ ਦੇ ਕਰੀਬ ਹੋ ਚੁੱਕੇ ਆ ਜਗਤਾਰ ਸਿੰਘ ਜੱਗੀ ਜੌਲ ਨੂੰ ਇੰਡੀਆ ਦੀ ਸਰਕਾਰ ਵੱਲੋਂ ਧੱਕੇ ਦੇ ਨਾਲ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ। ਝੂਠੇ ਕੇਸਾਂ ਉਹਨਾਂ ਤੇ ਪਾਏ ਗਏ ਪਰ ਕਿਤੇ ਵੀ ਕੋਈ ਪ੍ਰੂਵ ਨਹੀਂ ਹੋ ਰਿਹਾ ਹੈਗਾ। ਕਿੰਨਾ ਲੰਮਾ ਕੇਸ ਇਸ ਨੂੰ ਖਿੱਚਿਆ ਗਿਆ। ਸੋ ਪਿਛਲੇ ਕਈ ਦਿਨਾਂ ਤੋਂ, ਕਈ ਮਹੀਨਿਆਂ ਤੋਂ ਯੂਕੇ ਦੇ ਸਿੱਖ ਰੌਲਾ ਪਾ ਰਹੇ ਸੀ ਵੀ ਉੱਥੇ ਦੀ ਸਰਕਾਰ ਕੁਛ ਕਰਦੀ ਨਹੀਂ। ਸੋ ਫਾਈਨਲੀ ਅੱਜ ਉੱਥੇ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਵੀ ਉਸ ਨੂੰ ਜੋ ਜੱਗੀ ਜੌਲ ਆ ਉਸ ਨੂੰ ਇੰਡੀਆ ਨੇ ਆਰਬਿਟਰੇਰਲੀ ਡਿਟੇਨ ਕੀਤਾ ਹੋਇਆ ਹੈਗਾ। UN ਦੇ ਵਿੱਚ ਵੀ ਇਹ ਮੁੱਦਾ ਬਹੁਤ ਭਖਿਆ ਸੀ।
ਹੁਣ ਯੂਕੇ ਦੀ ਸਰਕਾਰ 2 ਦਿਨਾਂ ਦੀ ਇੱਕ ਕਾਨਫਰੰਸ ਕਰਨ ਜਾ ਰਹੀ ਹੈ ਰਿਲੀਜੀਅਸ ਫਰੀडम ਦੇ ਉੱਤੇ ਆਉਣ ਵਾਲੇ ਹਫ਼ਤੇ ਦੇ ਵਿੱਚ, ਤੇ ਉਸ ਸਮੇਂ ਯੂਕੇ ਦੇ ਬਹੁਤ ਸਾਰੇ ਮਿਨਿਸਟਰ ਜੋ ਹੈਗੇ ਆ ਉਹ ਕਹਿੰਦੇ ਅਸੀਂ ਮੁੱਦਾ ਚੱਕਾਂਗੇ, ਖਾਸ ਕਰਕੇ ਸਿੱਖਾਂ ਦਾ ਤੇ ਮੁਸਲਿਮਸ ਦਾ, ਜਿਨ੍ਹਾਂ ਨੂੰ ਹਿੰਦੂ ਐਕਸਟ੍ਰੀਮਿਸਟ ਵੱਲੋਂ ਇੰਡੀਆ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਟਰੀਟ ਕੀਤਾ ਜਾ ਰਿਹਾ ਆ, ਬਲਕਿ ਉੱਥੇ ਦੀ ਜਿਹੜੀ ਸਰਕਾਰ ਆ ਉਹ ਵੀ ਧੱਕਾ ਕਰ ਰਹੀ ਹੈਗੀ ਆ। ਲੇਟਲੀ ਹੁਣ ਆਪਾਂ ਵਾਰ-ਵਾਰ ਦੱਸਦੇ ਆ ਰਹੇ ਹਾਂ, ਸਿੱਧੂ ਮੂਸੇਵਾਲੇ ਦੇ ਗਾਣੇ ਨੂੰ ਇੰਡੀਆ ਦੀ ਸਰਕਾਰ ਨੇ ਬੈਨ ਕਰ ਦਿੱਤਾ ਹੈ। ਜੀ ਅੱਜ ਵਾਈਟ ਹਾਊਸ ਦੇ ਸਾਹਮਣੇ ਕਾਫੀ ਇਕੱਠ ਵੀ ਹੋਇਆ ਸੀ, ਜਿਹਦੇ 'ਚ ਕਾਫੀ ਸਿੱਖ ਸੀ। ਉੱਥੇ ਇੱਕ ਆਪਣੀ ਸਿੱਖ ਬੀਬੀ ਬੱਚੀ, ਉਹ ਵਕੀਲ ਆ, ਉਸਨੇ ਵੀ ਕਿਹਾ ਵੀ ਦੇਖੋ ਇਹ ਕਿੰਨਾ ਧੱਕਾ ਕਰ ਰਹੇ ਆ ਵੀ ਇੱਕ ਸਿੰਗਰ ਦੇ ਗਾਣੇ ਨੂੰ, ਜਿਹੜਾ ਕਿ ਸਾਊਥ ਈਸਟ ਏਸ਼ੀਆ ਦੇ ਟੌਪ ਦੇ 3 ਜੋ ਸਿੰਗਰਸ ਆ ਉਹਨਾਂ ਦੇ ਵਿੱਚ ਆਉਂਦਾ। ਇੰਡੀਆ ਦਾ ਕੋਈ ਵੀ ਬਾਲੀਵੁੱਡ ਦਾ ਸਿੰਗਰ, ਹਾਲੀਵੁੱਡ, ਉੱਥੇ ਹੋਰ ਵੀ ਪੰਜਾਬ ਦਾ ਸਿੰਗਰ, ਉਹਨਾਂ ਦੇ ਕੋਈ ਲਾਗੇ ਛਾਗੇ ਵੀ ਨਹੀਂ ਜਿੰਨਾ ਬਿਲਕੁਲ ਉਹ ਸਰਚ ਕੀਤਾ ਗਿਆ ਵੀ ਉਹਨਾਂ ਨਾਲ ਧੱਕਾ ਕਰਕੇ ਉਹਨਾਂ ਦਾ ਗਾਣਾ ਵੀ ਜਿਹੜਾ ਬੰਦ ਕਰ ਦਿੱਤਾ ਗਿਆ। ਸੋ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਜੋ ਸਰਕਾਰ ਇੰਡੀਆ ਦੀ ਕਰ ਰਹੀ ਹੈ, ਧੱਕਾ ਕਰਦੀ ਹੈ ਮਿਨੋਰਟੀਜ਼ ਦੇ ਨਾਲ, ਖਾਸ ਕਰਕੇ ਸਿੱਖਾਂ ਦੇ ਨਾਲ, ਉਹ ਪੂਰੀ ਤਰ੍ਹਾਂ ਐਕਸਪੋਜ਼ ਹੋਣਾ ਵੀ ਸ਼ੁਰੂ ਹੋ ਰਿਹਾ, ਤੇ ਆਪਣੇ ਪੰਜਾਬੀ ਜਿਹੜੇ ਆ ਉਹ ਰੌਲਾ ਵੀ ਪਾ ਰਹੇ ਆ ਵੀ ਸਾਡੇ ਨਾਲ ਇੱਥੇ ਧੱਕਾ ਹੋ ਰਿਹਾ ਹੈਗਾ। ਜੀ ਜੀ ਤੇ ਜਾਣ ਤੋਂ ਪਹਿਲਾਂ ਹੁਣ ਸਮਾਂ ਵੀ ਸਮਾਪਤ ਆ, ਤੇ ਦੱਸਦੇ ਜਾਈਏ ਸਟਾਕ ਮਾਰਕੀਟ ਦਾ ਹਾਲ 1962 ਤੋਂ ਬਾਅਦ ਦੇ ਵਿੱਚ ਹੁਣ ਤੱਕ ਇਤਿਹਾਸ ਦੇ ਵਿੱਚ ਦੇਖਿਆ ਗਿਆ ਵੀ ਡਾਓ ਜੋਨਸ ਦਾ ਕਾਫੀ ਬੁਰਾ ਹਾਲ ਹੋਇਆ ਆ, ਤੇ ਜੋ ਇਤਿਹਾਸ ਦੱਸਦਾ ਕਹਿੰਦੇ ਵੀ ਪਾਥ ਕੋਈ ਬਹੁਤਾ ਜਿਹੜਾ ਉਹ ਚੰਗਾ ਨਹੀਂ ਹੈਗਾ। ਡਾਓ ਜੋਨ ਅੱਜ ਦੀ ਕਲੋਜ਼ਿੰਗ ਦਿਨ ਦੇ ਖਤਮ ਹੋਣ ਤੱਕ 253 ਪੁਆਇੰਟ ਹੋਰ ਡਿੱਗ ਗਿਆ, 30,775 ਦੇ ਉੱਤੇ ਬੰਦ ਹੋਇਆ। S&P 33 ਪੁਆਇੰਟ ਗਿਰ ਕੇ 3785 ਤੇ, ਨੈਸਡੈਕ 149 ਪੁਆਇੰਟ ਗਿਰ ਕੇ 11,000 ਤੇ 29 ਤੇ ਬੰਦ ਹੋਇਆ। ਸੋਨੇ ਦਾ ਭਾਅ $1,806 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $106 ਪ੍ਰਤੀ ਬੈਰਲ, 10 ਈਅਰ ਯੀਲਡ ਜਿਹੜੀ 3.01% ਦੇ ਉੱਤੇ ਰਹੀ, ਤੇ ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ $20,266 ਦੇ ਬਰਾਬਰ, ਤੇ ਇਥੀਰੀਅਮ 1,000 ਤੇ $92 ਦੇ ਬਰਾਬਰ ਚੱਲ ਰਿਹਾ। S&P ਇੰਡੈਕਸ ਦੀ ਜੇ ਗੱਲ ਕਰਦੇ ਜਾਈਏ, ਕੱਲੇ ਇਸ ਸਾਲ ਦੇ ਵਿੱਚ 6 ਮਹੀਨਿਆਂ 'ਚ 26.6% ਡਿੱਗ ਗਿਆ ਹੈਗਾ S&P ਇੰਡੈਕਸ, ਤੇ ਕੱਲੇ ਜੂਨ ਮਹੀਨੇ ਦੇ ਵਿੱਚ 8.9%, ਜਾਣੀ ਕਿ 9% ਦੇ ਕਰੀਬ ਡਿੱਗਿਆ ਹੈਗਾ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, US ਦੇ $1 ਦੀ ਕੀਮਤ ਇੰਡੀਆ ਦੇ 78 ਰੁਪਏ ਤੇ 96 ਪੈਸੇ ਦੇ ਬਰਾਬਰ ਰਹੀ ਆ। USA ਦੇ $1 ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਹੈ। ਜੀ, ਤੇ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।